ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। शिव शक्त आप उपाय कै, करता आपे हुक्म वर्ताए। हुक्म वर्ताए आप वेखै, गुरमुख किसै बुझाए। तोड़े बंधन होवे मुक्त, शब्द मन वसाए। गुरमुख जिसनो आप करे सो होवे, एकस स्यों लिव लाए। कह नानक आप करता, आपे हुक्म बुझाए। कह नानक आप करता, आपे हुक्म बुझाए। परम सन्मानयोग चवर छत्र तखत दे मालक, जुग हो जुगे अटल, ਸਰਬ ਸਾਂਝੀ ਵਾਲਤਾ ਦੇ ਰਹਿਬਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ। ਸਤਿਗੁਰਾਂ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਸੁਭਾਏਮਾਨ ਗੁਰੂ ਸਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਸਤਿਗੁਰਾਂ ਨੇ ਅਪਾਰ ਕਿਰਪਾ ਕੀਤੀ ਹੈ ਇਨ੍ਹਾਂ ਪਾਵਨ ਦੀਵਾਨਾਂ ਦੇ ਅੰਦਰ। सतगुर की पावन गोद विच बैठ के बड़े प्यार और बड़ी इकाग्रता दे नाल अमृतमई बाणी दे कीर्तन गुरु सवारियां पासों आप जी सरवण कर रहे सो। धन गुरु अमरदास पातशाह जी सतगुरां दी पावन मुबारक रचना तो उच्चारण कीते अमृत बचन पावन श्री आनंद साहब जी की अमृतमय बाणी दे अंदरों पिछले दिनों तो लगातार अमृत बाणी की विचार आप सरवण कर रहे हो। विचार अधीन ये पावन पौड़ी आप जी ने सरवण की है। आओ इन्हां अमृत बचनां नूं आपां रल मिल के गुरमत की रोशनी दे विच साझा करना है। आप जितने तन गुरु के चरणों में जुड़ बैठे हो, करो किरपा सतगुर की पावन बाणी की विचार आरंभ करन तो पहला सतगुर की बख्शी हुई फतेह प्रवान करो। देहो आशीष जी। वाहिगुरु जी का खालसा, वाहिगुरु जी की फतेह। सतगुरु धन गुरु अमरदास पातशाह जी अज इस 26 नंबर पौड़ी दे अंदर जो आत्मक उपदेश बख्शिश करते ने समुची मानवता प्रति कि किवें परिपूर्ण परमात्मा अकाल पुरख ने इस संसार इस जगत दे अंदर जिथे अपना अंश जीवात्मा दे रूप विच इंसान दे अंदर पैदा किया है, उत्थे ही परमात्मा ने इस संसारिक माया की खिच पैदा की है, जिस अधीन मनुख अपना समुचा जीवन जिस दे अंदर जिस दे अधीन होके परमात्मा दे हुक्म नूं बुझिया तो बिना समझिया तो बिना इस माया की खिच विच अपने जीवन नूं जिउंदा है। पर सब कहते ने ये गल समझ विच आ सकती है जेकर इहदे उपर परमात्मा की किरपा हो जाए, सतगुर की बख्शिश हो जाए। धन गुरु ग्रंथ साहिब पातशाह जी की अमृत बाणी के अंदर सब ने
ਮਾਇਆ ਦੇ ਅਨੇਕਾਂ ਪ੍ਰਭਾਵ ਜਿਹੜੇ ਨੇ ਕਿਵੇਂ ਮਨੁੱਖੀ ਮਨ ਉੱਪਰ ਹੁੰਦੇ ਨੇ, ਇਸ ਦਾ ਜ਼ਿਕਰ ਸਤਿਗੁਰ ਨੇ ਪਾਵਨ ਬਾਣੀ ਦੇ ਅੰਦਰ ਕੀਤਾ ਹੈ। ਆਪਾਂ ਜਦੋਂ ਅੰਮ੍ਰਿਤ ਬਾਣੀ ਦੀ ਸ਼ੁਰੂਆਤ ਪੜ੍ਹਦੇ ਹਾਂ, ਧੰਨ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਪਹਿਲੇ ਰਾਗ ਦੇ ਅੰਦਰ ਜੋ ਸਭ ਤੋਂ ਪਹਿਲਾਂ ਸ਼ਬਦ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਉਚਾਰਨ ਕੀਤਾ ਹੈ, ਉੱਥੇ ਸਤਿਗੁਰੂ ਜੀ ਇਸੇ ਗੱਲ ਦਾ ਸੰਦੇਸ਼ ਦਿੰਦੇ ਨੇ ਕਿ ਦੇਖ, ਜੇ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ ਤੇ ਤੂੰ ਇਹ ਸੋਹਣੇ ਘਰ ਮੰਦਰ ਮਹਿਲ ਕੜੇ ਕੀਤੇ, ਇਹਨਾਂ ਸੋਹਣੇ ਮਹਿਲ ਮੰਦਰਾਂ ਦੇ ਅੰਦਰ ਤੂੰ ਨਿਵਾਸ ਕਰਦਾ ਹੈ, ਇੰਨੀਆਂ ਦਾਤਾਂ ਪ੍ਰਮਾਤਮਾ ਦੀਆਂ ਆਪਣੇ ਜੀਵਨ ਦੇ ਵਿੱਚ ਵਰਤਦਾ ਹੈ। ਇੱਕ ਗੱਲ ਚੇਤੇ ਰੱਖੀ, ਇੰਨੀਆਂ ਦਾਤਾਂ ਵਰਤ ਕੇ ਵੀ ਇਹਨਾਂ ਪਦਾਰਥਾਂ ਦੇ ਵਿੱਚ ਇੰਨਾ ਖੁਆਰ ਨਾ ਹੋ ਜਾਈ ਕਿ ਦਾਤ ਤੈਨੂੰ ਚੇਤੇ ਰਹਿ ਜਾਏ ਤੇ ਦਾਤਾ ਤੈਨੂੰ ਵਿਸਰ ਜਾਏ। ਅਕਸਰ ਮਨੁੱਖ ਦਾ ਸੁਭਾਅ ਹੈ, ਇਹ ਕਰਤੇ ਦੇ ਚਰਨਾਂ ਵਿੱਚੋਂ, ਪ੍ਰਮਾਤਮਾ ਦੇ ਚਰਨਾਂ ਵਿੱਚੋਂ ਦਾਤ ਮੰਗਦਾ ਹੈ। ਦਾਤ ਮਿਲਣ ਤੋਂ ਬਾਅਦ ਦਾਤਾ ਵਿਸਰ ਜਾਂਦਾ ਹੈ ਤੇ ਸਿਰਫ ਦਾਤ ਨਾਲ ਚਿੱਤ ਜੁੜ ਜਾਂਦਾ ਹੈ। ਪੁੱਤਰ ਮੰਗਿਆ ਸੀ ਸਤਿਗੁਰ ਦੇ ਚਰਨਾਂ ਦੇ ਵਿੱਚੋਂ, ਹੋਣਾ ਤੇ ਇਹ ਚਾਹੀਦਾ ਸੀ ਵੀ ਸੰਤਾਨ ਮੰਗੀ ਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸਦਾ ਦਾ ਨਾਤਾ ਜੁੜ ਜਾਏ। ਸੰਤਾਨ ਗੁਰੂ ਦੇ ਹੁਕਮ ਦੇ ਵਿੱਚ, ਸਤਿਗੁਰ ਦੇ ਹੁਕਮ ਦੇ ਵਿੱਚ ਰਹਿ ਕੇ ਉਹਦੀ ਪਰਵਰਿਸ਼ ਕਰੇ, ਉਹਦੀ ਪਾਲਣਾ ਕਰੇ, ਉਹਨੂੰ ਪਰਮਾਤਮਾ ਦੇ ਅਗੰਮੀ ਬਚਨਾਂ ਦੇ ਨਾਲ ਜੋੜੇ। ਪਰ ਹੋਇਆ ਜੀਵਨ ਦੇ ਵਿੱਚ ਬਿਲਕੁਲ ਵਿਪਰੀਤ। ਇਹਨੂੰ ਦਾਤ ਤੇ ਚੇਤੇ ਰਹਿ ਗਈ, ਇਹਦਾ ਮੂੰਹ ਦਾਤ ਨਾਲ ਤੇ ਜੁੜ ਗਿਆ, ਇਹਨੇ ਦਾਤ ਤੇ ਆਪਣਾ ਸਾਰਾ ਪਿਆਰ ਲੁਟਾ ਦਿੱਤਾ। ਪਰ ਸਤਿਗੁਰ ਕਹਿੰਦੇ ਨੇ ਇਹਨੂੰ ਦਾਤਾ ਵਿਸਰ ਗਿਆ ਜਿਨੇ ਦਾਤ ਦਿੱਤੀ ਸੀ। ਇਸੇ ਕਰਕੇ ਸਤਿਗੁਰ ਨੇ ਬਾਣੀ ਅੰਦਰ ਇਹ ਸ਼ਬਦ ਵੀ ਵਰਤਿਆ, ਦਾਤ ਪਿਆਰੀ ਵਿਸਰਿਆ ਦਾਤਾਰਾ। ਇਹਨੂੰ ਦਾਤ ਚੰਗੀ ਲੱਗਦੀ ਹੈ ਪਰ ਦਾਤਾ ਇਹਨੂੰ ਵਿਸਰ ਗਿਆ। ਗੁਰੂ ਨਾਨਕ ਪਾਤਸ਼ਾਹ ਜੀ ਦਾ ਅੰਮ੍ਰਿਤ ਬਚਨ ਤੁਸੀਂ ਪੜ੍ਹਦੇ ਹੋ, ਸ਼੍ਰੀ ਰਾਗ ਦਾ ਇਹ ਪਹਿਲਾ ਸ਼ਬਦ ਹੈ। ਸਾਧ ਸੰਗਤ, ਪਾਤਸ਼ਾਹ ਕਹਿੰਦੇ ਨੇ, ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ, ਮਤ ਦੇਖ ਭੁੱਲਾਂ ਵਿਸਰੈ, ਤੇਰਾ ਚਿਤ ਨਾ ਆਵੇ ਨਾਉ। ਤੇਰਾ ਘਰ ਮੋਤੀਆਂ ਦੇ ਨਾਲ ਉਸਰਿਆ ਹੋਵੇ, ਤੇਰੇ ਘਰ ਦੇ ਹਰ ਪਾਸੇ ਰਤਨ ਕੀਮਤੀ ਜੜੇ ਹੋਣ, ਤੇਰੇ ਘਰ ਵਿੱਚ ਜਿਹੜੀ ਲੱਕੜ ਵੀ ਲੱਗੀ ਉਹ ਇੰਨੀ ਸੁਗੰਧ ਵਾਲੀ ਹੋਵੇ, ਜਿਹੜਾ ਅੰਦਰ ਘਰ ਵਿੱਚ ਐਂਟਰ ਕਰੇ ਉਹਨੂੰ ਉਹ ਸੁਗੰਧੀ ਆਏ, ਸੁਗੰਧੀ ਮਾਣ ਕੇ ਤੇ ਪ੍ਰਮਾਤਮਾ ਦੀ ਕੁਦਰਤ ਤੋਂ ਬਲਿਹਾਰ ਜਾਏ। ਪਰ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਮਤਾਂ ਇੰਨਾ ਕੁਝ ਵੇਖ ਕੇ ਤੈਨੂੰ ਉਹ ਦਾਤਾ ਵਿਸਰ ਜਾਏ ਜਿਨੇ ਤੈਨੂੰ ਇਹ ਸਭ ਕੁਝ ਦਿੱਤਾ ਹੈ। ਬਸ ਸਾਧ ਸੰਗਤ ਇਸ ਪੌੜੀ ਨੂੰ ਪੜ੍ਹਦੇ ਹਾਂ, ਇੱਕ ਤੇ ਸਤਿਗੁਰ ਨੇ ਜੀਵ ਆਤਮਾ ਦਾ ਜ਼ਿਕਰ ਕੀਤਾ ਤੇ ਦੂਜਾ ਸਤਿਗੁਰ ਨੇ ਜ਼ਿਕਰ ਕੀਤਾ ਸੰਸਾਰ ਦੀ ਮਾਇਆ ਦਾ। ਪਰ ਮਨੁੱਖ ਦਾ ਸੁਭਾਅ ਐਸਾ ਬਣ ਗਿਆ ਹੈ ਕਿ ਇਹਨੇ ਦਾਤੇ ਨੂੰ ਵਿਸਾਰ ਦਿੱਤਾ ਤੇ ਮਾਇਆ ਦੀ ਖਿੱਚ ਨੂੰ, ਮਾਇਆ ਦੀ ਪਕੜ ਨੂੰ ਇਹਨੇ ਹੋਰ ਜ਼ਿਆਦਾ ਪੱਕਾ ਕਰ ਲਿਆ। ਇਹਦੀ ਅਵਸਥਾ ਐਸੀ ਬਣ ਗਈ ਹੈ ਜਿਵੇਂ ਅਸੀਂ ਇੱਕ ਕਹਾਣੀ ਸੁਣਦੇ ਹੁੰਦੇ ਸਾਂ, ਔਰ ਸਤਿਗੁਰ ਨੇ ਕਿਰਪਾ ਕੀਤੀ ਪਾਵਨ ਬਾਣੀ ਦੇ ਅੰਦਰ ਜ਼ਿਕਰ ਵੀ ਕੀਤਾ ਇਸ ਗੱਲ ਦਾ ਕਿ ਕਿਸੇ ਸ਼ਿਕਾਰੀ ਨੇ ਸ਼ਿਕਾਰ ਫੜਨ ਦੇ ਲਈ ਉਹਨੇ ਬਾਂਦਰ ਨੂੰ ਆਪਣੇ ਵਸ ਵਿੱਚ ਕਰਨ ਦੇ ਲਈ ਇੱਕ ਘੜਾ ਲਿਆ, ਜਿੰਦਾ ਉੱਪਰੋਂ ਆਕਾਰ ਐਸਾ ਹੈ ਕਿ ਉਹਦੇ ਅੰਦਰ ਹੱਥ ਪਾਇਆ, ਹੱਥ ਅੰਦਰ ਚਲਾ ਤੇ ਜਾਏ ਖਾਲੀ ਹੱਥ, ਪਰ ਜਦੋਂ ਅੰਦਰੋਂ ਹੱਥ ਭਰ ਜਾਏ, ਮੁੱਠ ਬਣ ਜਾਏ, ਉਹ ਫਿਰ ਬਾਹਰ ਨਾ ਨਿਕਲੇ। ਉਹਨੇ ਇੱਕ ਥਾਂ ਤੇ ਲਿਜਾ ਕੇ ਰੱਖ ਦਿੱਤਾ ਜਿੱਥੇ ਅਨੇਕਾਂ ਬਾਂਦਰ ਸਨ। ਉਹਦੇ ਅੰਦਰ ਕੁਝ ਭੁੰਨੇ ਹੋਏ ਛੋਲੇ ਪਾ ਦਿੱਤੇ, ਅਨਾਜ ਪਾ ਦਿੱਤਾ। ਹੁਣ ਬਾਂਦਰ ਜਦੋਂ ਉਸ ਘੜੇ ਵੱਲ ਵੱਧਦਾ ਹੈ, ਉਹਨੂੰ ਵੇਖ ਕੇ ਤੇ ਉਹਦੇ ਅੰਦਰ ਹੱਥ ਪਾਉਂਦਾ ਹੈ, ਉਹਨੂੰ ਅੰਦਰੋਂ ਛੋਲੇ ਪ੍ਰਤੀਤ ਹੁੰਦੇ ਨੇ, ਹੱਥ ਬਾਹਰ ਕੱਢਦਾ ਹੈ, ਪਰ ਮੁੱਠ ਭਰੀ ਹੋਣ ਕਰਕੇ ਹੁਣ ਮੁੱਠ ਜਿਹੜੀ ਉਸ ਘੜੇ ਤੋਂ ਬਾਹਰ ਨਿਕਲਦੀ ਨਹੀਂ। ਇਹ ਬਾਂਦਰ ਹੁਣ ਯਤਨ ਕਰਦਾ ਹੈ, ਪਰ ਯਤਨ ਕੀਤਿਆਂ ਵੀ ਸਫਲ ਨਹੀਂ ਹੁੰਦਾ।
ਇੰਨੇ ਨੂੰ ਸ਼ਿਕਾਰੀ ਆਉਂਦਾ ਹੈ। ਇਹ ਦੂਰੋਂ ਸ਼ਿਕਾਰੀ ਨੂੰ ਵੇਖਦਾ ਹੈ, ਸ਼ਿਕਾਰੀ ਮੇਰੇ ਵੱਲ ਆ ਰਿਹਾ ਹੈ, ਪਰ ਇਹ ਸ਼ਿਕਾਰੀ ਨੂੰ ਵੇਖਦਿਆਂ ਵੀ ਆਪਣਾ ਹੱਥ ਨਹੀਂ ਛੱਡਦਾ। ਜੇ ਸਿਆਣਾ ਹੋਵੇ ਆਪਣਾ ਹੱਥ ਕਿਤੇ ਛੱਡ ਦੇ, ਖੋਲ ਦੇ ਮੁੱਠੀ, ਅੰਦਰੋਂ ਹੱਥ ਸਹਿਜੇ ਤੇ ਸੁਭਾਵਕ ਨਿਕਲ ਜਾਏ, ਭੱਜ ਕੇ ਫਿਰ ਕਿਸੇ ਰੁੱਖ ਤੇ ਚੜ ਕੇ ਆਪਣੀ ਜਾਨ ਬਚਾ ਲੇ। ਪਰ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਹਿੰਦੇ ਨੇ ਸੱਚ ਇਹ ਹੈ, ਇੱਕ ਮੁੱਠੀ ਛੋਲਿਆਂ ਦੀ ਪਿੱਛੇ ਇਹ ਬਾਂਦਰ ਆਪਣਾ ਸਾਰਾ ਜੀਵਨ ਗੁਲਾਮੀ ਦੇ ਵਿੱਚ ਗੁਜ਼ਾਰਦਾ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਗੁਰੂ ਗ੍ਰੰਥ ਸਾਹਿਬ ਜੀ ਨੇ ਬਖਸ਼ਿਸ਼ ਕੀਤੀ। ਬਾਬਾ ਕਬੀਰ ਸਾਹਿਬ ਕਹਿੰਦੇ ਨੇ ਕਾਲ ਬੂਤ ਕੀ ਹਸਤਨੀ ਮਨ ਬਉਰਾ ਰੇ ਚਲਤ ਰਚਿਓ ਜਗਦੀਸ਼ ਕਾਮ ਸੁਆਏ ਗਜ ਬਸ ਪਰੇ ਮਨ ਬਉਰਾ ਰੇ ਅੰਕਸ਼ ਸਹਿਓ ਸ਼ੀਸ਼। ਇਸੇ ਸ਼ਬਦ ਵਿੱਚ ਕਹਿੰਦੇ ਨੇ ਮਰਕਟ ਮੁਸ਼ਟੀ ਅਨਾਜ ਕੀ ਮਨ ਬਉਰਾ ਰੇ। ਇੱਕ ਮਰਕਟ ਦਾ ਮਤਲਬ ਹੈ ਬਾਂਦਰ, ਇੱਕ ਮੁੱਠੀ ਅਨਾਜ ਦੀ ਪਿੱਛੇ ਬਾਂਦਰ ਆਪਣਾ ਸਾਰਾ ਜੀਵਨ ਗੁਲਾਮੀ ਵਿੱਚ ਗੁਜ਼ਾਰਦਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਨੇ ਬੰਦਿਆ ਇਹ ਗੱਲ ਅਸਲ ਵਿੱਚ ਬਾਂਦਰ ਦੀ ਨਹੀਂ, ਇਹ ਕਹਾਣੀ ਤੇਰੀ ਆਪਣੀ ਹੈ। ਤੂੰ ਸੰਸਾਰ ਦੇ ਪਦਾਰਥਾਂ ਦੇ ਲਾਲਚ ਦੇ ਵਿੱਚ ਸਾਰੀ ਜ਼ਿੰਦਗੀ ਮਾਇਆ ਦੀ ਖਿੱਚ ਤੇ ਮਾਇਆ ਦੇ ਅਧੀਨ ਗੁਜ਼ਾਰਨਾ ਹੈ। ਪਰਮਾਤਮਾ ਨੇ ਕਿਰਪਾ ਕਰਕੇ ਤੈਨੂੰ ਦਾਤਾ, ਤੈਨੂੰ ਰਾਜਾ ਬਣਾਇਆ ਸੀ, ਇਸ ਧਰਤੀ ਦਾ ਸਿਕਦਾਰ ਬਣਾਇਆ ਸੀ। ਤੂੰ ਸਾਰੀ ਜ਼ਿੰਦਗੀ ਮਾਇਆ ਦੇ ਇਵਜ ਵਿੱਚ, ਮਾਇਆ ਦੀ ਖਿੱਚ ਵਿੱਚ ਜੀਵਨ ਗੁਜ਼ਾਰਨਾ ਹੈ। ਤੂੰ ਦਾਤੇ ਦੇ ਚਰਨਾਂ ਵਿੱਚ ਜੁੜ ਕੇ ਸਮਰੱਥ ਉਸ ਦਾਤੇ ਦਾ ਸੇਵਕ ਬਣਨਾ ਸੀ। ਤੂੰ ਮਾਇਆ ਦਾ ਸੇਵਕ ਬਣ ਕੇ ਸਾਰੀ ਜ਼ਿੰਦਗੀ ਦੀ ਗੁਲਾਮੀ ਵਿੱਚ ਗੁਜ਼ਾਰਨਾ ਹੈ। ਇਸੇ ਕਰਕੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ। ਸਾਹਿਬ ਕਹਿੰਦੇ ਨੇ ਮਰਕਟ ਮੁਸ਼ਟੀ ਅਨਾਜ ਕੀ ਮਨ ਬਉਰਾ ਰੇ ਲੀਨੀ ਹਾਥ ਪਸਾਰ ਛੂਟਨ ਕੋ ਸਹਸਾ ਪਰਿਆ ਮਨ ਬਉਰਾ ਰੇ। ਹੁਣ ਜਦੋਂ ਛੱਡਣੀ ਸੀ ਤੇ ਮਨ ਵਿੱਚ ਸਹਸਾ ਆ ਗਿਆ, ਉਹ ਭਰੀ ਹੋਈ ਮੋਠੇ ਨੇ ਛੱਡੀ ਨਹੀਂ। ਤੇ ਹੋਇਆ ਕਿ ਸਤਿਗੁਰ ਕਹਿੰਦੇ ਨੇ ਨਾਚਿਓ ਘਰ ਘਰ ਬਾਰ। ਹੁਣ ਇਹ ਹਰ ਘਰ ਦੇ ਅੰਦਰ ਜਾ ਕੇ ਸ਼ਿਕਾਰੀ ਦੇ ਵਸ ਪੈ ਕੇ ਨੱਚਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਨੇ ਬੰਦਿਆ ਤੇਰੀ ਫਿਤਰਤ, ਤੇਰਾ ਸੁਭਾਅ ਐਸਾ ਬਣ ਗਿਆ। ਇਸੇ ਕਰਕੇ ਸਤਿਗੁਰ ਨੇ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਜ਼ਿਕਰ ਕੀਤਾ ਵੀ ਬੰਦਿਆ ਇਹ ਕਰਤੇ ਦੀ ਖੇਡ ਹੈ। ਮਾਲਕ ਨੇ ਜੀਵਾਤਮਾ ਵੀ ਪੈਦਾ ਕੀਤੀ ਤੇ ਮਾਇਆ ਵੀ ਪੈਦਾ ਕੀਤੀ ਹੈ। ਹੁਣ ਇਹ ਮਨੁੱਖ ਜੀਵਾਤਮਾ ਪਰਮਾਤਮਾ ਦੇ ਨਾਲ ਜੁੜਨ ਦੀ ਬਜਾਏ ਸਾਰੀ ਜ਼ਿੰਦਗੀ ਮਾਇਆ ਦੀ ਖਿੱਚ ਵਿੱਚ ਆਪਣਾ ਜੀਵਨ ਗੁਜ਼ਾਰਦਾ ਹੈ। ਸਤਿਗੁਰ ਕੀ ਇਹ ਪਾਵਨ ਗੱਲ ਸਮਝ ਵਿੱਚ ਆਵੇ। ਬੜੀ ਪਿਆਰੀ ਘਟਨਾ। ਅਕਸਰ ਅਸੀਂ ਜਦੋਂ ਵਿਦਿਆਲਿਆ ਵਿੱਚ ਪੜ੍ਹਦੇ ਸਾਂ ਇਹਨਾਂ ਚੀਜ਼ਾਂ ਦਾ ਜ਼ਿਕਰ ਬੜਾ ਆਮ ਹੁੰਦਾ ਸੀ, ਕਿਉਂਕਿ ਸਾਧ ਸੰਗਤ ਇਹ ਜਿੰਨੀਆਂ ਗੱਲਾਂ ਨੇ ਅਸਲ ਵਿੱਚ ਇਹ ਪ੍ਰੈਕਟੀਕਲ ਜੀਵਨ ਵਿੱਚੋਂ ਨੇ। ਅਸੀਂ ਸਭ ਬੰਦੇ ਦੀ, ਹਰ ਇੱਕ ਇਨਸਾਨ ਦੀ ਇੱਕ ਅੱਜ ਦੌੜ ਹੈ ਕਿ ਮੈਂ ਮਾਇਕ ਪੱਖੋਂ ਦੂਜੇ ਬੰਦੇ ਤੋਂ ਅੱਗੇ ਲੰਘ ਜਾਵਾਂ। ਕਿਸੇ ਇਨਸਾਨ ਨੂੰ ਵੇਖਦਾ ਹੈ, ਇਹਦੇ ਅੰਦਰ ਦੌੜ ਹੈ ਵੀ ਮੇਰੇ ਕੋਲੋਂ ਇਹਦੇ ਨਾਲੋਂ ਜ਼ਿਆਦਾ ਮਾਇਆ ਹੋਵੇ, ਮੇਰੇ ਕੋਲੋਂ ਇਹਦੇ ਨਾਲੋਂ ਜ਼ਿਆਦਾ ਸਾਧਨ ਹੋਣ। ਮਾਇਕ ਪੱਖੋਂ ਹਰ ਬੰਦਾ ਦੂਜੇ ਤੋਂ ਅੱਗੇ ਨਿਕਲਣਾ ਚਾਹੁੰਦਾ ਹੈ, ਪਰ ਗੁਣਾਂ ਦੇ ਪੱਖਾਂ ਤੋਂ ਕਦੀ ਵੀ ਬੰਦਾ ਦੂਜੇ ਵੱਲ ਵੇਖ ਕੇ ਨਹੀਂ ਕਹਿੰਦਾ ਵੀ ਮੈਂ ਗੁਣਾਂ ਦੇ ਪੱਖੋਂ ਵੀ ਇਹਦੇ ਨਾਲੋਂ ਅੱਗੇ ਨਿਕਲ ਜਾਵਾਂ। ਮਾਇਆ ਦੇ ਪੱਖ ਤੋਂ ਨਿਕਲਣਾ ਚਾਹੁੰਦਾ ਹੈ, ਪਰ ਗੁਣਾਤਮਕ ਪੱਖ ਤੋਂ ਅੱਗੇ ਨਹੀਂ ਨਿਕਲਣਾ ਚਾਹੁੰਦਾ। ਇਹਦੇ ਜੀਵਨ ਦਾ ਸਭ ਤੋਂ ਵੱਡਾ ਦੁਖਾਂਤ ਹੈ। ਔਰ ਸੱਚ ਇਹ ਹੈ ਕਿ ਮਨੁੱਖ ਸਾਰੀ ਜ਼ਿੰਦਗੀ ਪਰਮਾਤਮਾ ਦੇ ਇਹਨਾਂ ਅੰਮ੍ਰਿਤ ਬਚਨਾਂ ਨੂੰ ਸਮਝਿਆਂ ਤੋਂ ਬਿਨਾਂ ਸਿਰਫ ਮਾਇਆ ਦੀ ਖਿੱਚ, ਪਦਾਰਥਾਂ ਦੀ ਖਿੱਚ ਤੇ ਮੋਹ ਦੇ ਵਿੱਚ ਆਪਣਾ ਜੀਵਨ ਗੁਜ਼ਾਰਦਾ ਹੈ। ਬੜੀ ਪਿਆਰੀ ਘਟਨਾ। ਕੋਈ ਸੱਜਣ, ਉਹ ਪਰਮਾਤਮਾ ਦਾ ਬੜਾ ਵੱਡਾ ਭਗਤ ਸੀ। ਰਾਜਾਨਾ ਉਹਨੇ ਸਵੇਰੇ ਸ਼ਾਮ ਇਬਾਦਤ ਕਰਨੀ। ਇੱਕ ਦਿਨ ਪਰਮਾਤਮਾ, ਇਹ ਸਿਰਫ ਘਟਨਾ ਸਾਧ ਸੰਗਤ ਸਮਝਣ ਦੇ ਲਈ ਹੈ। ਇੱਕ ਦਿਨ ਪਰਮਾਤਮਾ ਮਾਇਆ ਦੇ ਨਾਲ, ਲక్ష్ਮੀ ਦੇ ਨਾਲ ਬੈਠੇ ਸਨ ਤੇ ਉਹਨਾਂ ਨੇ ਜਦੋਂ ਲక్ష్ਮੀ ਨੂੰ ਇਹ ਬਚਨ ਆਖੇ ਕਿ ਦੇਖਿਆ ਮੇਰੇ ਕਿੰਨੇ ਭਗਤ ਨੇ ਸੰਸਾਰ ਦੇ, ਆ ਦੇਖ ਮੇਰਾ ਕਿੰਨਾ ਪਿਆਰਾ ਭਗਤ ਤੇ ਸਵੇਰੇ ਸ਼ਾਮ ਮੇਰੀ ਬੰਦਗੀ ਕਰਦਾ ਹੈ, ਮੇਰੀ ਆਰਾਧਨਾ ਕਰਦਾ ਹੈ। ਇਹ ਮੇਰਾ ਨਾਮ ਲਿਆ ਤੋਂ ਬਿਨਾ ਭੋਜਨ ਨਹੀਂ ਖਾਂਦਾ, ਪਾਣੀ ਤੱਕ ਨਹੀਂ ਪੀਂਦਾ, ਬੜਾ ਵੱਡਾ ਮੇਰਾ ਸੇਵਕ ਹੈ। ਤੇ ਲక్ష్ਮੀ ਨੇ ਅੱਗੋਂ ਬਚਨ ਕੇ ਕਹਿਣ ਲੱਗੇ, ਮਾਲਕ ਇਹ ਤੇਰਾ ਭਗਤ ਨਹੀਂ, ਇਹ ਅਸਲ ਵਿੱਚ ਮੇਰਾ ਭਗਤ ਹੈ।
ਇਹ ਜਿੰਨਾ ਕੁਝ ਕਰਦਾ ਹੈ ਇਹ ਤੁਹਾਡੇ ਲਈ ਨਹੀਂ ਕਰਦਾ, ਇਹ ਮੇਰੇ ਲਈ ਕਰਦਾ ਹੈ। ਇਹ ਜਿੰਨਾ ਕੁਝ ਯਤਨ ਕਰ ਰਿਹਾ ਹੈ ਤੁਹਾਡੇ ਲਈ ਨਹੀਂ। ਔਰ ਸੱਚ ਹੈ ਸਾਧ ਸੰਗਤ, ਸਾਡੇ ਜਿੰਨੇ ਵੀ ਧਰਮ ਦੇ ਐਫਰਟ ਨੇ, ਯਤਨ ਨੇ, ਕਿਤੇ ਨਾ ਕਿਤੇ ਮਾਇਆ ਦੇ ਲਈ ਤੇ ਨਾ। ਉਹ ਭਾਵੇਂ ਕਿਸੇ ਵੀ ਰੂਪ ਵਿੱਚ ਹੋਣ, ਭਾਵੇਂ ਪਦਾਰਥਾਂ ਦੇ ਰੂਪ ਵਿੱਚ ਹੋਣ, ਭਾਵੇਂ ਪਰਿਵਾਰ ਦੇ ਰੂਪ ਵਿੱਚ ਹੋਣ, ਭਾਵੇਂ ਮਾਇਆ ਦੇ ਰੂਪ ਵਿੱਚ ਹੋਣ, ਉਹ ਕਿਸੇ ਵੀ ਰੂਪ ਵਿੱਚ ਹੋਣ, ਸਾਡੀ ਜ਼ਿੰਦਗੀ ਦੇ ਸਾਰੇ ਕੀਤੇ ਹੋਏ ਐਫਰਟ, ਕਰਮ ਜਿਹੜੇ ਨੇ ਉਹ ਸੱਚ ਵਿੱਚ ਮਾਇਆ ਦੇ ਲਈ ਹੀ ਹੁੰਦੇ ਨੇ। ਐਸੇ ਵਿਰਲੇ ਜਨ ਹੁੰਦੇ ਨੇ ਜਿਹੜੇ ਮਾਇਆ ਦੀਆਂ ਇਹਨਾਂ ਤੰਦਾਂ ਨੂੰ ਤੋੜ ਕੇ ਤੇ ਆਪਣੇ ਜੀਵਨ ਵਿੱਚ ਕਰਤੇ ਪ੍ਰਮਾਤਮਾ ਰੱਬ ਜੀ ਨੂੰ ਮੰਗ ਲੈਣ। ਐਸੇ ਬੜੇ ਵਿਰਲੇ ਨੇ। ਤਾਂ ਹੀ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਜਨ ਨਾਨਕ ਕੋਟਨ ਮੈਂ ਕਿਨਹੂ ਗੁਰਮੁਖ ਹੋਏ ਪਛਾਨਾ। ਹੁਣ ਜਦੋਂ ਇਸਨੇ ਇੰਨੀ ਗੱਲ ਕਹੀ, ਮਾਇਆ ਕਹਿੰਦੀ ਨਹੀਂ ਇਹ ਮੇਰਾ ਪੁਜਾਰੀ ਹੈ, ਤੁਹਾਨੂੰ ਭੁਲੇਖਾ ਹੈ। ਪਰਮਾਤਮਾ ਕਹਿੰਦੇ ਨਹੀਂ। ਜਦੋਂ ਦੋਨਾਂ ਦੇ ਵਿੱਚ ਗੱਲ ਚੱਲੀ ਤੇ ਪਰਮਾਤਮਾ ਕਹਿੰਦਾ ਚਲ ਆਪਾਂ ਇਸ ਗੱਲ ਦੀ ਇਹਦੇ ਕੋਲੋਂ ਜਾ ਕੇ, ਇਹਦੇ ਕੋਲੋਂ ਖੜੇ ਹੋ ਕੇ ਇਹਦੇ ਜੀਵਨ ਵਿੱਚ ਝਾਤ ਮਾਰ ਕੇ ਵੇਖ ਲੈਂਦੇ ਆ ਵੀ ਇਹਦੀ ਖਿੱਚ ਕਿਹਦੇ ਨਾਲ ਹੈ। ਹੁਣ ਜਿਹੜਾ ਪਰਮਾਤਮਾ ਸੀ ਉਹਨੇ ਹੱਥ ਵਿੱਚ ਕਮੰਡਲ ਫੜਿਆ, ਸੇਵਕ ਬਣ ਕੇ ਆਪਣੇ ਉਸ ਸੇਵਕ ਦੇ ਘਰ ਦਾ ਦਰਵਾਜ਼ਾ ਖੜਕਾਇਆ। ਇਹਨੇ ਆਖਿਆ ਵੀ ਮੈਂ ਪਰਮਾਤਮਾ ਦਾ ਭਗਤ ਹਾਂ, ਰਾਹਗੀਰ ਹਾਂ, ਰੱਬ ਦੀ ਬੰਦਗੀ ਕਰਨ ਵਾਲਾ, ਮੈਂ ਰਾਤ ਤੇਰੇ ਘਰ ਵਿੱਚ ਰੁਕਣਾ ਹੈ। ਇਹਨੇ ਭੋਜਨ ਪਾਣੀ ਛਕਾਇਆ, ਰਾਤ ਰੁਕਣ ਲਈ ਆਖਿਆ ਵੀ ਚਲੋ ਰਾਤ ਤੁਸੀਂ ਰੁਕ ਜਾਓ। ਇਸ ਭਗਤ ਨੇ ਜਿਹੜਾ ਰੱਬ ਦੀ ਬੰਦਗੀ ਕਰਦਾ ਸੀ ਤੇ ਰੱਬ ਨੂੰ ਬੜਾ ਮਾਣ ਸੀ ਇਹਦੇ ਤੇ, ਇਹ ਹੁਣ ਰੱਬ ਆਪਣੇ ਭਗਤ ਨੂੰ ਕਹਿੰਦਾ ਮੈਂ ਰਾਤ ਤੇਰੇ ਘਰ ਵਿੱਚ ਰੁਕਣਾ ਤੇ ਰੁਕ ਤੇ ਜਾਵਾਂਗਾ, ਪਰ ਮੇਰੀ ਇੱਕ ਸ਼ਰਤ ਹੈ ਵੀ ਮੈਂ ਜਾਵਾਂਗਾ ਉਦੋਂ ਜਦੋਂ ਮੇਰਾ ਮਨ ਹੋਏਗਾ। ਤੂੰ ਸਵੇਰੇ ਉੱਠ ਕੇ ਆਖੇ ਵੀ ਚਲੋ ਹੁਣ ਜਾਓ, ਨਹੀਂ ਮੈਂ ਜਾਵਾਂਗਾ ਉਦੋਂ ਜਦੋਂ ਮੇਰਾ ਮਨ ਹੋਏਗਾ। ਇਹ ਰਾਤ ਰੁਕਣ ਦੇ ਲਈ ਸੋਹਣਾ ਆਸਣ ਲਾ ਦਿੰਦਾ ਹੈ। ਪਰਮਾਤਮਾ ਜੋ ਭਗਤ ਬਣ ਕੇ ਆਇਆ ਹੈ ਆਪਣੇ ਭਗਤ ਦੇ ਘਰ ਵਿੱਚ ਰੁਕ ਜਾਂਦਾ ਹੈ। ਅਜੇ ਇਹਨੇ ਘਰ ਵਿੱਚ ਐਂਟਰੀ ਕੀਤੀ ਹੈ, ਸੋਹਣਾ ਆਸਣ ਵਿਛਾਉਂਦਾ ਪਿਆ ਭਗਤ ਆਪਣੇ ਸੇਵਕ ਭਗਤ ਦੇ ਲਈ, ਪਰ ਉਸ ਭਗਤ ਨੂੰ ਪਤਾ ਨਹੀਂ ਵੀ ਇਹ ਕੌਣ ਹੈ। ਉਹਦੇ ਲਈ ਸਿਰਫ ਇੱਕ ਆਮ ਸਾਧੂ ਹੈ, ਸੇਵਕ ਹੈ। ਇਹਨੇ ਨੂੰ ਮਾਇਆ, ਇਹ ਆਪਣੇ ਰੱਥ ਤੇ ਸਵਾਰ ਹੋ ਕੇ ਆ ਗਏ। ਇਹਨੇ ਆਪਣੇ ਸੇਵਕ ਨੂੰ ਜਿਹੜਾ ਰਥਵਾਹ ਸੀ ਉਹਨੂੰ ਆਖਿਆ ਵੀ ਇਸ ਘਰ ਦਾ ਦਰਵਾਜ਼ਾ ਖੜਕਾਓ। ਘਰ ਦਾ ਦਰਵਾਜ਼ਾ ਖੜਕਾਇਆ, ਬਾਹਰ ਨਿਕਲਿਆ, ਕੀ ਵੇਖਦਾ ਰੱਥ ਦੇ ਉੱਤੇ ਇੱਕ ਔਰਤ ਬੈਠੀ ਹੈ ਜਿਹਨੇ ਬੜੇ ਆਭੂਸ਼ਣ ਗਹਿਣੇ ਪਾਏ ਨੇ, ਜੇਵਰਾਤ ਪਾਏ ਨੇ। ਇਹਨੇ ਆਖਿਆ ਵੀ ਅਸੀਂ ਤੇਰੇ ਘਰ ਵਿੱਚ ਰੁਕਣ ਦੇ ਲਈ ਆਏ ਹਾਂ, ਰਾਤ ਕੱਟਣ ਦੇ ਲਈ ਆਏ ਹਾਂ। ਇਹਨੂੰ ਪਿਆਸ ਲੱਗੀ, ਇਹਨੇ ਲੋਟਾ ਪਾਣੀ ਦਾ ਆਪਣੇ ਸੇਵਕ ਕੋਲੋਂ ਜਿਹੜਾ ਰਥਵਾਹ ਸੀ ਮੰਗਿਆ, ਪਾਣੀ ਪੀਤਾ। ਲੋਹੇ ਦਾ ਲੋਟਾ ਨਹੀਂ, ਗਲਾਸ ਨਹੀਂ, ਉਹ ਲੋਟਾ ਸੀ ਸੋਨੇ ਦਾ। ਗਲਾਸ ਵਿੱਚ ਪਾਣੀ ਪੀਤਾ, ਪੀ ਕੇ ਉਹ ਗਲਾਸ ਸੋਨੇ ਦਾ ਵਗਾ ਕੇ ਧਰਤੀ ਤੇ ਮਾਰਿਆ। ਉਸ ਇਨਸਾਨ ਨੇ ਭੱਜ ਕੇ ਗਿਲਾਸ ਫੜਿਆ, ਜਾ ਕੇ ਅੱਗੇ ਰੱਖਿਆ, ਕਹਿਣ ਲੱਗੇ ਤੁਹਾਡਾ ਗਿਲਾਸ? ਉਹ ਕਹਿੰਦੀ ਮੇਰਾ ਨਹੀਂ, ਅਸਲ ਵਿੱਚ ਮੇਰੀ ਫਿਤਰਤ ਤੇ ਮੇਰਾ ਸੁਭਾਅ ਹੈ, ਮੈਂ ਜਿਹੜੀ ਚੀਜ਼ ਇੱਕ ਵਾਰੀ ਵਰਤ ਲਵਾਂ ਉਹਨੂੰ ਮੈਂ ਦੁਬਾਰਾ ਨਹੀਂ ਵਰਤਦੀ। ਔਰ ਮੈਂ ਹਰ ਜੀਵਨ ਦਾ ਜਿਹੜਾ ਕਰਮ ਹੈ, ਭਾਵੇਂ ਭੋਜਨ ਖਾਣਾ ਹੈ, ਭਾਵੇਂ ਪਾਣੀ ਪੀਣਾ, ਮੈਂ ਉਹ ਸੋਨੇ ਦੇ ਬਰਤਨਾਂ ਦੇ ਵਿੱਚ ਹੀ ਖਾਣੀ ਪੀਣੀ ਹਾਂ ਤੇ ਮੈਂ ਇੱਕ ਬਰਤਨ ਦੁਬਾਰਾ ਯੂਜ਼ ਨਹੀਂ ਕਰਦੀ। ਇਹਨੇ ਲੋਟਾ ਜਿਹੜਾ ਸੀ ਗਲਾਸ ਸੋਨੇ ਦਾ ਇੱਕ ਪਾਸੇ ਰੱਖ ਦਿੱਤਾ। ਇਹਨੇ ਆਖਿਆ ਵੀ ਮੇਰੇ ਲਾਇਕ ਸੇਵਾ, ਇਹਨੇ ਆਖਿਆ ਤੁਹਾਡੇ ਲਾਇਕ ਇਹ ਸੇਵਾ ਹੈ ਵੀ ਮੈਂ ਤੁਹਾਡੇ ਘਰ ਰਾਤ ਰੁਕਣਾ ਹੈ। ਇਹਨੇ ਆਖਿਆ ਵੀ ਜੀ ਸਦਕੇ। ਇਹਨੇ ਕਮਰੇ ਦਿਖਾਏ ਪਰ ਕੋਈ ਕਮਰਾ ਇਹਨੂੰ ਪਸੰਦ ਨਾ ਆਇਆ। ਹੁਣ ਜਿਸ ਕਮਰੇ ਦੇ ਅੰਦਰ ਇਹਨੇ ਸਾਧੂ ਨੂੰ ਰੋਕਿਆ ਸੀ ਭਗਤ ਨੇ, ਇਹ ਕਹਿੰਦੀ ਮੈਂ ਇਸੇ ਕਮਰੇ ਦੇ ਵਿੱਚ ਰੁਕਣਾ ਹੈ, ਪਹਿਲੋਂ ਤੁਸੀਂ ਇਸ ਨੂੰ ਕਮਰੇ ਤੋਂ ਬਾਹਰ ਕੱਢੋ, ਮੈਂ ਇਸੇ ਕਮਰੇ ਦੇ ਵਿੱਚ ਰੁਕਣਾ ਹੈ। ਉਹਨੇ ਬੜੇ ਤਰਲੇ ਕੀਤੇ ਵੀ ਇੱਥੇ ਕੋਈ ਰੁਕਿਆ, ਕਹਿੰਦੇ ਨਹੀਂ ਮੈਨੂੰ ਇਹੀ ਕਮਰਾ ਪਸੰਦ ਹੈ, ਜੇ ਤੂੰ ਨਹੀਂ ਕਰ ਸਕਦਾ ਮੈਂ ਕਿਤੇ ਹੋਰ ਚਲੀ ਜਾਨੀ ਆ। ਵੇਖ ਮੈਂ ਸਵੇਰ ਤੱਕ ਕਿੰਨੇ ਗਲਾਸ ਪਾਣੀ ਦੇ, ਜਿਹੜੇ ਗਲਾਸ ਮੈਂ ਇੱਕ ਵਾਰੀ ਵਰਤ ਲਏ ਤੇ ਉਹ ਮੈਂ ਦੁਬਾਰਾ ਨਹੀਂ ਵਰਤਨੇ, ਤੇਰੇ ਕੰਮ ਆਣੇ ਨੇ। ਸਵੇਰੇ ਭੋਜਨ ਖਾਵਾਂਗੀ ਤੇ ਥਾਲ ਸੋਨੇ ਦਾ, ਬਰਤਨ ਸੋਨੇ ਦੇ, ਹੋਰ ਮੈਂ ਜਾਣ ਲੱਗਿਆ ਤੈਨੂੰ ਅਨੇਕਾਂ ਚੀਜ਼ਾਂ ਸੋਨੇ ਦੀ ਮਾਇਆ ਦੇ ਕੇ ਜਾਵਾਂਗੀ। ਹੁਣ ਜਦੋਂ ਇੰਨੀ ਗੱਲ ਆਖੀ, ਇਸ ਬੰਦੇ ਦੇ ਅੰਦਰ ਲਾਲਚ ਪੈਦਾ ਹੋਇਆ। ਇਹਨੇ ਉਸ ਸਾਧੂ ਦਾ ਲੋਟਾ ਚੁੱਕਿਆ, ਕੱਪੜਿਆਂ ਦੀ ਗਠੜੀ ਚੁੱਕੀ ਤੇ ਵਗਾ ਕੇ ਬਾਹਰ ਮਾਰੀ। ਕਹਿੰਦਾ ਸਾਧੂ ਜੀ ਤੁਸੀਂ ਕਿਤੇ ਹੋਰ ਥਾਂ ਤੇ ਚਲੇ ਜਾਓ, ਇੱਥੇ ਤੇ ਮੇਰੇ ਘਰ ਵਿੱਚ ਆ ਰੱਬ ਦੇ ਭਗਤ ਆਏ ਨਹੀਂ ਰੁਕਣਗੇ। ਹੁਣ ਜਦੋਂ ਲੋਟਾ ਵਗਾ ਕੇ ਮਾਰਿਆ, ਪਰ ਰੱਬ ਜੀ ਸ਼ਰਮਿੰਦਾ ਹੋ ਕੇ ਬਾਹਰ ਨਿਕਲੇ।
ਇੰਨੇ ਨੂੰ ਲక్ష్ਮੀ ਵੀ ਬਾਹਰ ਨਿਕਲ ਆਈ ਤੇ ਇਹ ਹੱਥ ਜੋੜ ਕੇ ਕਹਿੰਦੇ ਤੁਸੀਂ ਕਿੱਧਰ ਚੱਲੇ ਹੋ? ਕਹਿਣ ਲੱਗੀ ਮੈਂ ਜਾਣਾ ਕਿਤੇ ਨਹੀਂ, ਅਸਲ ਵਿੱਚ ਮੈਂ ਇਹਨਾਂ ਦਾ ਪਰਛਾਵਾਂ ਹਾਂ, ਜਿੱਧਰ ਇਹ ਜਾਣਗੇ ਮੈਂ ਉਧਰ ਜਾਣਾ। ਗੱਲ ਸਿਰਫ ਸਮਝਣ ਵਾਲੀ ਹੈ, ਮਾਇਆ ਪਰਮਾਤਮਾ ਦਾ ਪਰਛਾਵਾਂ ਹੈ। ਜਿੱਧਰ ਕਰਤਾ ਜਾਂਦਾ ਹੈ ਉਧਰ ਕਰਤੇ ਦੀ ਮਾਇਆ ਵੀ ਜਾਂਦੀ ਹੈ, ਪਰ ਬੰਦਾ ਕਰਤੇ ਦੀ ਮਾਇਆ ਨਾਲ ਖਿੱਚ ਪਾ ਲੈਂਦਾ ਹੈ, ਪਰ ਕਰਤੇ ਨੂੰ ਵਿਸਰ ਜਾਂਦਾ ਹੈ। ਸਾਡਾ ਸਭਨਾਂ ਦਾ ਜੀਵਨ ਸਾਧ ਸੰਗਤ ਇਹੀ ਹੈ। ਤਾਂ ਹੀ ਸਾਹਿਬ ਬਾਣੀ ਵਿੱਚ ਵੀ ਕਹਿੰਦੇ ਨੇ, ਲੱਖ 84 ਭ੍ਰਮਤੇ ਭ੍ਰਮਤੇ ਦੁਲਭ ਜਨਮ ਅਬ ਪਾਇਓ, ਰੇ ਮੁੜੇ ਤੂੰ ਹੋਛੈ ਰਸ ਲਪਟਾਇਓ, ਅੰਮ੍ਰਿਤ ਸੰਗ ਬਸਤ ਹੈ ਤੇਰੇ, ਵਿਖਿਆ ਸਿਉ ਉਰਝਾਇਓ। ਮੇਰੇ ਮਨਾ ਤੂੰ ਵਿਖਿਆ ਦੇ ਨਾਲ, ਜ਼ਹਿਰ ਨਾਲ, ਮਾਇਆ ਨਾਲ ਲਪਟਿਆ ਹੋਇਆ। ਤੂੰ ਕਿਉਂ ਨਹੀਂ ਇਸ ਗੱਲ ਨੂੰ ਸਮਝਦਾ? ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕੀ ਤ੍ਰਿਸ਼ਨ ਨਾ ਬੁਝੀ, ਲਪਟ ਰਹੇ ਮਾਇਆ ਰਸ ਮਾਰ ਰੰਗ ਰਾਤੇ, ਲੋਚਨ ਕਸ਼ੂ ਨਾ ਸੂਝੀ, ਵਿਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਈ, ਜਿਉ ਪਾਵਕ ਇੰਦਨ ਨਹੀਂ ਤਰਾਪੈ, ਬਿਨ ਹਰ ਕਹਾਂ ਅਗਾਈ। ਅੱਗ ਦੇ ਅੰਦਰ ਜਿੰਨੀ ਮਰਜ਼ੀ ਲੱਕੜ ਪਾ ਦਿਓ, ਅੱਗ ਕਦੇ ਨਹੀਂ ਰੱਜਦੀ। ਅੱਗ ਨੂੰ ਬੁਝਾਉਣਾ ਹੈ ਤੇ ਲੱਕੜ ਪਾਣੀ ਬੰਦ ਕਰਨੀ ਪਏਗੀ। ਅੰਦਰ ਦੀ ਤ੍ਰਿਸ਼ਨਾ ਨੂੰ ਬੁਝਾਉਣਾ ਹੈ ਤੇ ਸਤਿਗੁਰ ਕਹਿੰਦੇ ਨੇ ਗੁਰੂ ਦੇ ਹੁਕਮ ਦੇ ਵਿੱਚ ਰਹਿਣਾ ਪਏਗਾ। ਜਿੰਨੀ ਦੇਰ ਤੱਕ ਤ੍ਰਿਸ਼ਨਾ ਦੀ ਲੱਕੜ ਲਾਉਂਦੇ ਰਵਾਂਗੇ ਇਹ ਅੱਗ ਕਦੀ ਨਹੀਂ ਬੁਝੇਗੀ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਅੱਜ ਸੇਵਕ ਸਤਿਗੁਰਾਂ ਨੇ ਜੋ ਪਾਵਨ ਸ਼ਬਦ ਬਖਸ਼ਿਆ ਹੈ, ਆਓ ਹੁਣ ਇਸ ਪਾਵਨ ਸ਼ਬਦ ਨੂੰ ਆਪਾਂ ਸਮਝਣ ਦਾ ਯਤਨ ਕਰੀਏ। ਪਾਤਸ਼ਾਹ ਕਹਿੰਦੇ ਨੇ, ਸ਼ਿਵ ਸ਼ਕਤ ਆਪ ਉਪਾਏ ਕੈ। ਸ਼ਿਵ ਦਾ ਭਾਵ ਹੈ ਜੀਵਾਤਮਾ, ਸ਼ਕਤ ਦਾ ਭਾਵ ਹੈ ਮਾਇਆ ਸ਼ਕਤੀ। ਪਾਤਸ਼ਾਹ ਕਹਿੰਦੇ ਨੇ ਪਰਮਾਤਮਾ ਨੇ ਜੀਵਾਤਮਾ ਭਾਵ ਇਹ ਜਿਹੜੀ ਚੇਤਨ ਸੱਤਾ ਹੈ ਬੰਦੇ ਦੀ, ਜੋ ਸੰਸਾਰ ਦੇ ਕਰਮ ਕਰ ਰਹੀ ਹੈ, ਇਹ ਚੇਤਨ ਸੱਤਾ ਹੀ ਹੈ ਨਾ। ਹੁਣ ਪਾਤਸ਼ਾਹ ਕਹਿੰਦੇ ਨੇ ਮਾਇਆ ਤੇ ਇਹ ਜੀਵਾਤਮਾ ਆਪ ਉਪਾਏ ਕੈ, ਪਰਮਾਤਮਾ ਨੇ ਆਪ ਪੈਦਾ ਕੀਤੀ ਹੈ। ਧਿਆਨ ਦੇਣਾ, ਇਹ ਖੇਡ ਕਰਤੇ ਦੀ ਆਪਣੀ ਰਚੀ ਹੋਈ ਹੈ। ਇਹ ਖੇਡ ਪਰਮਾਤਮਾ ਨੇ ਆਪ ਬਣਾਈ ਹੈ। ਪਰ ਸੱਚ ਇਹ ਹੈ, ਸਤਿਗੁਰ ਪਾਤਸ਼ਾਹ ਕਹਿੰਦੇ ਨੇ ਛੱਡ ਬੰਦੇ ਤੇ ਦਿੱਤਾ ਵੀ ਇਹਨੇ ਜਾਣਾ ਕਿਸ ਪਾਸੇ ਹੈ। ਸਤਿਗੁਰ ਕਹਿੰਦੇ ਨੇ, ਸ਼ਿਵ ਸ਼ਕਤ ਆਪ ਉਪਾਏ ਕੈ, ਕਰਤਾ ਆਪੇ ਹੁਕਮ ਵਰਤਾਏ। ਕਰਤਾ ਪਰਮਾਤਮਾ ਆਪੇ ਹੁਕਮ ਵਰਤਾਏ, ਉਹ ਆਪ ਹੀ ਆਪਣਾ ਹੁਕਮ ਵਰਤਾਂਦਾ ਹੈ। ਭਾਵ ਇਹ ਉਹਦਾ ਹੁਕਮ ਹੈ ਕਿ ਬੰਦੇ ਦੇ ਮਨ ਦੇ ਉੱਤੇ ਮਾਇਆ ਦਾ ਇੰਨਾ ਪ੍ਰਭਾਵ ਪੈ ਜਾਂਦਾ ਹੈ। ਇਹ ਉਹਦਾ ਹੁਕਮ ਹੈ, ਕਿਉਂਕਿ ਮਾਇਆ ਇਹਨੂੰ ਦਿਸ ਰਹੀ ਹੈ। ਦਿਸ ਦੇ ਪਸਾਰੇ ਦਾ ਅਸਰ ਇਹਦੇ ਤੇ ਬਹੁਤ ਹੁੰਦਾ ਹੈ। ਪਰਮਾਤਮਾ ਨਜ਼ਰ ਨਹੀਂ ਆਉਂਦਾ, ਉਹਨੂੰ ਵੇਖਣ ਦੇ ਲਈ ਜਿਹੜੀ ਸੁਰਤ ਚਾਹੀਦੀ ਉਹ ਗੁਰੂ ਕੋਲੋਂ ਮਿਲਦੀ ਹੈ, ਗੁਣਾਂ ਨਾਲ ਮਿਲਦੀ ਹੈ। ਜਿੱਦਨ ਗੁਣ ਧਾਰਨ ਕਰ ਲਵਾਂਗੇ ਉਦਨ ਉਹ ਸੁਰਤ ਮਿਲ ਜਾਏਗੀ ਜਿਹੜੀ ਪਰਮਾਤਮਾ ਦੇ ਘਰ ਲੈ ਕੇ ਜਾਏਗੀ। ਉਦਨ ਮਾਇਆ ਦੀ ਖਿੱਚ ਫਿੱਕੀ ਲੱਗੇਗੀ, ਉਦਨ ਮਾਇਆ ਮਨ ਤੇ ਪ੍ਰਭਾਵ ਨਹੀਂ ਪਾਏਗੀ, ਉਦਨ ਮਾਇਆ ਮਨ ਦੇ ਅੰਦਰ ਦੇ ਫੁਰਨਿਆਂ ਨੂੰ ਠੰਡਾ ਨਹੀਂ ਸਕੇਗੀ, ਉਦਨ ਮਾਇਆ ਪਰਮਾਤਮਾ ਨਾਲੋਂ ਪ੍ਰੀਤ ਤੋੜ ਨਹੀਂ ਸਕੇਗੀ। ਜਿੱਦਨ ਗੁਰੂ ਦੀ ਇਹ ਗੱਲ ਸਮਝ ਵਿੱਚ ਆ ਗਈ। ਧੰਨ ਗੁਰੂ ਅਮਰਦਾਸ ਜੀ ਕਹਿੰਦੇ ਨੇ, ਕਰਤਾ ਆਪੇ ਹੁਕਮ ਵਰਤਾਏ। ਹੁਕਮ ਵਰਤਾਏ ਆਪ ਵੇਖੈ, ਆਪ ਵੇਖਦਾ ਹੈ, ਹੁਕਮ ਉਹਨੇ ਵਰਤਾਇਆ ਹੈ। ਧਿਆਨ ਦੇਣਾ, ਐਸਾ ਨਹੀਂ ਹੈ ਵੀ ਉਹ ਹੁਕਮ ਵਰਤਾ ਕੇ ਤੇ ਕਿਤੇ ਦੂਰ ਚਲਾ ਗਿਆ। ਉਹ ਜੀਵਾਤਮਾ ਦੇ ਅੰਦਰ ਹੀ, ਇਸ ਸਰੀਰ ਦੇ ਅੰਦਰ ਜੀਵਾਤਮਾ ਰੂਪ ਵਿੱਚ ਬੈਠਾ ਹੋਇਆ ਹੈ। ਬਸ ਗੱਲ ਤੇ ਸੀ ਆਪਣੇ ਅੰਦਰ ਦੇ ਅਸਲੇ ਨੂੰ ਪਹਿਚਾਨਣ ਦੀ। ਬੰਦਾ ਉਹਨੂੰ ਨਹੀਂ ਪਹਿਚਾਨਦਾ, ਮਨੁੱਖ ਅੰਦਰ ਜੋ ਬੈਠਾ ਹੋਇਆ ਜੀਵਾਤਮਾ ਦੇ ਰੂਪ ਵਿੱਚ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਉਸ ਮੂਲ ਨੂੰ ਅੰਦਰੋਂ ਨਹੀਂ ਪਛਾਣਦਾ, ਬਲਕਿ ਮੂਲ ਨੂੰ ਪਛਾਣਨ ਦੀ ਬਜਾਏ ਸਾਰੀ ਜ਼ਿੰਦਗੀ ਬਾਹਰਮੁਖੀ ਮਾਇਆ ਦੇ ਪ੍ਰਭਾਵ ਵਿੱਚ ਜੀਂਦਾ ਹੈ। ਸਤਿਗੁਰੂ ਜੀ ਕਹਿੰਦੇ ਨੇ, ਕਰਤਾ ਆਪੇ ਹੁਕਮ ਵਰਤਾਏ। ਹੁਕਮ ਵਰਤਾਏ ਆਪ ਵੇਖੈ, ਗੁਰਮੁਖ ਕਿਸੈ ਬੁਝਾਏ। ਪਰ ਕੋਈ ਵਿਰਲਾ ਹੈ ਜਿਹੜਾ ਗੁਰੂ ਦੀ ਕਿਰਪਾ ਦੇ ਨਾਲ ਇਸ ਖੇਡ ਨੂੰ ਸਮਝਦਾ ਹੈ। ਗੁਰੂ ਦੀ ਰਾਹੀਂ ਜਿਹਨੂੰ ਇਹ ਗੱਲ ਸਮਝ ਆ ਜਾਂਦੀ, ਗੁਰਮੁਖ ਕਿਸੈ ਬੁਝਾਏ। ਇਹਦਾ ਮਤਲਬ ਜੇ ਇਹਨੂੰ ਸਮਝਣਾ ਹੈ ਫਿਰ ਗੁਰੂ ਦੀ ਗੱਲ ਸੁਣਨੀ ਤੇ ਮੰਨਣੀ ਜ਼ਰੂਰ ਪਏਗੀ। ਜੇ ਇਹਦੇ ਪ੍ਰਭਾਵ ਵਿੱਚੋਂ ਨਿਕਲਣਾ ਹੈ ਤੇ ਫਿਰ ਗੁਰੂ ਦੀ ਗੱਲ ਸੁਣਨੀ ਤੇ ਮੰਨਣੀ ਪੈਣੀ ਹੈ। ਜੇ ਸੁਣਾ ਤੇ ਮੰਨਾਂਗੇ ਨਹੀਂ ਗੁਰੂ ਦੀ ਗੱਲ, ਫਿਰ ਇਹਦੇ ਪ੍ਰਭਾਵ ਵਿੱਚੋਂ ਨਹੀਂ ਨਿਕਲ ਸਕਦੇ। ਭਾਈ ਤਾਰੂ ਸਿੰਘ ਜੀ, ਧਿਆਨ ਦੇਣਾ,
ਜਦੋਂ ਉਹਨਾਂ ਨੂੰ ਪਤਾ ਲੱਗਾ ਨਾ ਕਿ ਗੁਰੂ ਕੇ ਸਿੱਖ ਘਰ ਘਾਟ ਛੱਡ ਕੇ ਤੇ ਜੰਗਲ ਦੇ ਵਿੱਚ ਨਿਵਾਸ ਕਰ ਰਹੇ ਨੇ, ਮੁਗਲ ਫੌਜਾਂ ਉਹਨਾਂ ਦੇ ਪਿੱਛੇ ਨੇ, ਘਰ ਵਿੱਚ ਮਾਂ ਨੂੰ ਕਹਿੰਦਾ ਵੀ ਆਪਾਂ ਭੋਜਨ ਤਿਆਰ ਕਰੀਏ ਤੇ ਆਪਾਂ ਉਹਨਾਂ ਗੁਰਸਿੱਖਾਂ ਦੀ ਸੇਵਾ ਵਿੱਚ ਆਪਣਾ ਸਭ ਕੁਝ ਨਸ਼ਾਵਰ ਕਰ ਦਈਏ। ਬੜਾ ਸੋਹਣਾ ਜੀਵਨ ਚੱਲ ਰਿਹਾ ਸੀ ਭਾਈ ਤਾਰੂ ਸਿੰਘ ਜੀ ਦਾ, ਪਰ ਮਾਤਾ ਦੇ ਨਾਲ ਪਿਆਰ ਦੇ ਵਿੱਚ ਭਿੱਜੇ ਹੋਏ, ਜਿਨ੍ਹਾਂ ਨੇ ਮਾਇਆ ਨੂੰ ਆਪਣੇ ਵਸ ਵਿੱਚ ਕੀਤਾ ਹੋਇਆ ਹੋਵੇ, ਉਹਨਾਂ ਦਾ ਜੀਵਨ ਹੈ। ਹੁਣ ਜਦੋਂ ਸਤਿਗੁਰੂ ਗੁਰੂ ਦੀ ਕਿਰਪਾ ਦੇ ਨਾਲ ਹੁਣ ਭੋਜਨ ਤਿਆਰ ਕਰਦੇ ਨੇ, ਉਹਨਾਂ ਗੁਰਸਿੱਖਾਂ ਨੂੰ ਭੋਜਨ ਛਕਾਉਂਦੇ ਨੇ, ਪਰ ਜਿੱਦਣ ਹਕੂਮਤ ਨੂੰ ਖਬਰ ਹੁੰਦੀ ਹੈ ਭਾਈ ਤਾਰੂ ਸਿੰਘ ਜੀ ਨੂੰ ਇਸ ਕਾਰਨ ਕਰਕੇ ਉਹਨਾਂ ਦੇ ਸਿਰ ਦਾ ਖੋਪਰ ਉਤਾਰਨ ਦਾ ਹੁਕਮ ਦੇ ਦਿੰਦੀ ਹੈ ਕਿ ਤੁਸੀਂ ਹਕੂਮਤ ਤੋਂ ਬਾਗੀ ਹੋ, ਤੁਸੀਂ ਉਹਨਾਂ ਨੂੰ ਭੋਜਨ ਛਕਾਇਆ ਜਿਹੜੇ ਹਕੂਮਤ ਦੇ ਬਾਗੀ ਨੇ। ਪਰ ਭਾਈ ਤਾਰੂ ਸਿੰਘ ਨੇ ਇੱਕੋ ਹੀ ਗੱਲ ਆਖੀ, ਕਹਿਣ ਲੱਗੇ ਮੈਂ ਗੁਰੂ ਨਾਨਕ ਦਾ ਸਿੱਖ ਹਾਂ, ਕਿਸੇ ਲੋੜਵੰਦ ਨੂੰ ਭੋਜਨ ਦੇਣਾ ਗੁਰੂ ਨਾਨਕ ਦੇ ਘਰ ਦਾ ਨਿਯਮ ਹੈ। ਹੁਣ ਮੈਂ ਆਪਣੇ ਸਤਿਗੁਰ ਦੇ ਹੁਕਮ ਨੂੰ ਮੰਨਿਆ ਹੈ, ਮੈਂ ਆਪਣੇ ਸਤਿਗੁਰ ਦੇ ਹੁਕਮ ਵਿੱਚ ਰਹਿ ਕੇ ਉਹਨਾਂ ਨੂੰ ਭੋਜਨ ਛਕਾਇਆ ਹੈ, ਮੈਂ ਕੋਈ ਗਲਤ ਨਹੀਂ ਕੀਤਾ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ, ਗੁਰੂ ਅਮਰਦਾਸ ਜੀ ਕਹਿੰਦੇ ਨੇ, ਕਰਤੇ ਦੀ ਖੇਡ ਹੈ ਪਰ ਸਮਝ ਉਹਨੂੰ ਆਉਂਦੀ ਜਿਹੜਾ ਗੁਰੂ ਦੀ ਰਾਹੀਂ ਇਸ ਗੱਲ ਨੂੰ ਸਮਝ ਲੈਂਦਾ ਹੈ। ਇਹ ਹਰ ਬੰਦੇ ਦੇ ਸਮਝ ਵਿੱਚ ਆਉਣ ਵਾਲੀ ਗੱਲ, ਕਿਉਂਕਿ ਇਹ ਪ੍ਰੈਕਟੀਕਲ ਜੀਵਨ ਮੰਗਦੀ ਹੈ। ਇਹ ਗੁਰੂ ਦੇ ਹੁਕਮ ਦੀ ਪ੍ਰੋੜਤਾ ਵਿੱਚ ਜੀਣਾ ਸਿਖਾਉਂਦੀ ਹੈ। ਇੱਥੇ ਪਹਿਲੋਂ ਗੁਰੂ ਦੇ ਹੁਕਮ ਨੂੰ 7 ਖਿੜੇ ਮੱਥੇ ਪ੍ਰਵਾਨ ਕਰਨਾ ਪਏਗਾ ਜਿਹਨੂੰ ਸਮਝਣਾ ਹੈ। ਤੇ ਤਾਂ ਹੀ ਸਤਿਗੁਰੂ ਜੀ ਕਹਿ ਰਹੇ ਨੇ, ਤੋੜੇ ਬੰਧਨ ਹੋਵੇ ਮੁਕਤ। ਫਿਰ ਉਹਦੇ ਅੰਦਰੋਂ ਇਹ ਬੰਧਨ ਟੁੱਟ ਜਾਂਦੇ ਨੇ, ਗੁਰੂਆਂ ਦੇ ਬੰਧਨਾਂ ਨੂੰ ਤੋੜ ਦਿੰਦਾ। ਜਿਹੜੀ ਮਾਇਆ ਨੇ ਜੰਜਾਲ ਪਾਏ ਸਨ, ਜਿਹੜੀ ਇਹ ਮਾਇਆ ਨੇ ਖਿੱਚ ਪਾਈ ਸੀ ਸੰਸਾਰ ਅੰਦਰ, ਜਿਹਨੂੰ ਸਤਿਗੁਰੂ ਜੀ ਪਾਵਨ ਬਾਣੀ ਵਿੱਚ ਕਹਿੰਦੇ ਨੇ, ਮਾਈ ਮਾਇਆ ਛਲ ਤ੍ਰਿਨ ਕੀ ਅਗਨ, ਮੇਘ ਕੀ ਛਾਇਆ ਗੋਬਿੰਦ ਭਜਨ ਬਿਨ ਹੜਕਾ ਚਲ। ਪਾਤਸ਼ਾਹ ਕਹਿੰਦੇ ਨੇ ਇਹ ਹੈ ਛਲਾਵਾ ਹੀ, ਸਿਰਫ ਅੱਖਾਂ ਦਾ ਭਰਮ ਹੈ। ਸਾਧ ਸੰਗਤ ਜਿਵੇਂ ਤ੍ਰਿਨ ਕੀ ਅਗਨ, ਤੀਲਿਆਂ ਨੂੰ ਅੱਗ ਲੱਗ ਜਾਏ ਕਿੰਨੀ ਦੇਰ ਤੱਕ ਬਲੇਗੀ। ਮੇਘ ਕੀ ਛਾਇਆ, ਅਸਮਾਨ ਵਿੱਚ ਬੱਦਲਾਂ ਦੀ ਛਾਂ ਸਦੀਵੀ ਤੇ ਨਹੀਂ ਹੈ, ਉਹ ਤੇ ਪਲ ਝਲਕਦਾ ਮੇਲਾ ਹੀ ਹੈ। ਪਾਤਸ਼ਾਹ ਕਹਿੰਦੇ ਨੇ ਗੋਬਿੰਦ ਦੇ ਭਜਨ ਤੋਂ ਬਿਨਾ ਇਹ ਮਾਇਆ ਹੜਦਾ ਜਾਲੇ, ਖਿਣ ਵਿੱਚ ਆਂਦਾ ਤੇ ਸਭ ਕੁਝ ਉਜਾੜ ਕੇ ਚਲੀ ਜਾਂਦੀ ਹੈ। ਤੇ ਜਿੱਦਣ ਸਤਿਗੁਰ ਦੀ ਬਖਸ਼ਿਸ਼ ਸਮਝ ਵਿੱਚ ਆ ਜਾਏ, ਫਿਰ ਇਹ ਉਜਾੜ ਨਹੀਂ ਸਕਦੀ ਅੰਦਰ ਨੂੰ, ਫਿਰ ਇਹ ਅੰਦਰ ਨੂੰ ਖਿੰਡਾ ਨਹੀਂ ਸਕਦੀ। ਫਿਰ ਧੰਨ ਗੁਰੂ ਅਮਰਦਾਸ ਕਹਿੰਦੇ ਨੇ, ਤੋੜੇ ਬੰਧਨ ਹੋਵੇ ਮੁਕਤ। ਫਿਰ ਬੰਧਨ ਟੁੱਟ ਜਾਂਦੇ ਨੇ, ਮਨ ਮੁਕਤ ਹੋ ਜਾਂਦਾ ਹੈ, ਸ਼ਬਦ ਮਨ ਵਸਾਏ। ਪਰ ਜਿਹੜਾ ਆਪਣੇ ਅੰਦਰ ਗੁਰੂ ਦੇ ਉਪਦੇਸ਼ ਨੂੰ ਵਸਾ ਲੈਂਦਾ ਹੈ, ਜਿਹੜਾ ਆਪਣੇ ਮਨ ਵਿੱਚ ਗੁਰੂ ਦੇ ਉਪਦੇਸ਼ ਨੂੰ ਟਿਕਾ ਲੈਂਦਾ ਹੈ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ। ਗੁਰੂ ਜਿਹਨੂੰ ਆਪ ਇਹ ਦਾਤ ਦਿੰਦਾ ਹੈ ਨਾ, ਉਹੀ ਇਸ ਦਾਤ ਨੂੰ ਪਾਉਂਦਾ ਹੈ। ਹੁਣ ਇਹ ਗੱਲ ਸਮਝਣ ਵਾਲੀ, ਜਿਹਨੂੰ ਗੁਰੂ ਦਿੰਦਾ ਹੈ, ਇਹਦਾ ਮਤਲਬ ਹੈ ਗੁਰੂ ਕਿਸੇ ਵਿਸ਼ੇਸ਼ ਪਰਸਨ ਨੂੰ ਦਿੰਦਾ ਹੈ ਨਹੀਂ। ਗੁਰਮੁਖੋ ਇਸ ਗੱਲ ਨੂੰ ਸਮਝਣਾ ਪਏਗਾ, ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ। ਅਸਲ ਵਿੱਚ ਜਿਹੜਾ ਗੁਰੂ ਦੇ ਉਪਦੇਸ਼ ਨੂੰ ਸਮਝ ਲੈਂਦਾ ਹੈ, ਉਹ ਫਿਰ ਗੁਰੂ ਵਾਲਾ ਬਣ ਜਾਂਦਾ ਹੈ। ਤੇ ਜਿਹੜਾ ਗੁਰੂ ਵਾਲਾ ਬਣ ਜਾਂਦਾ ਹੈ, ਉਹ ਜੀਵਨ ਦਾ ਹਰ ਕ੍ਰੈਡਿਟ ਜਿਹੜਾ ਉਹ ਪ੍ਰਮਾਤਮਾ ਨੂੰ ਦਿੰਦਾ ਹੈ, ਗੁਰੂ ਨੂੰ ਦਿੰਦਾ ਹੈ, ਉਹ ਕਿਸੇ ਹੋਰ ਚੀਜ਼ ਨੂੰ ਨਹੀਂ ਦਿੰਦਾ। ਉਹ ਹਮੇਸ਼ਾ ਕਹਿੰਦਾ ਮੇਰੇ ਸਤਿਗੁਰ ਨੇ ਕਿਰਪਾ ਨਾਲ ਹੋਇਆ, ਸਤਿਗੁਰ ਦੀ ਬਖਸ਼ਿਸ਼ ਨਾਲ ਹੋਇਆ, ਸਤਿਗੁਰ ਦੀ ਰਹਿਮਤ ਨਾਲ ਹੋਇਆ। ਪਰ ਸਤਿਗੁਰ ਇਸੇ ਗੱਲ ਨੂੰ ਤੇ ਕਹਿ ਰਹੇ ਨੇ, ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ। ਫਿਰ ਉਹ ਕੀ ਕਰਦਾ ਹੈ, ਏਕਸ ਸਿਉ ਲਿਵ ਲਾਏ, ਆਪਣੀ ਸੁਰਤ ਇੱਕ ਪ੍ਰਮਾਤਮਾ ਨਾਲ ਜੋੜ ਕੇ ਰੱਖਦਾ ਹੈ, ਆਪਣੀ ਸੁਰਤ ਨੂੰ ਕਰਤੇ ਨਾਲ ਜੋੜ ਕੇ ਰੱਖਦਾ ਹੈ। ਉਹਦੀ ਸੁਰਤ ਵਿੱਚ ਕਰਤੇ ਤੋਂ ਬਿਨਾ ਕੋਈ ਦੂਜਾ ਨਹੀਂ ਹੁੰਦਾ। ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਹੈ ਨਾਨਕ ਜੀ, ਉਹ ਮਾਲਕ ਆਪ ਕਰਤਾ ਹੈ, ਆਪ ਕਰਨ ਯੋਗ ਹੈ, ਆਪ ਹੀ ਸਭ ਪਸਾਰੇ ਦਾ ਕੇਂਦਰ ਬਿੰਦੂ ਹੈ। ਪਰ ਪਾਤਸ਼ਾਹ ਜੀ ਕਹਿੰਦੇ ਨੇ ਆਪ ਕਰਤਾ ਆਪੇ ਹੁਕਮ ਬੁਝਾਏ, ਕਰਤਾ ਵੀ ਆਪ ਹੈ ਤੇ ਉਹਦੇ ਹੁਕਮ ਨੂੰ ਬੂਝਣਾ। ਤੇ ਫਿਰ ਸਤਿਗੁਰ ਕਹਿੰਦੇ ਨੇ ਇਹ ਵੀ ਉਹਦੀ ਕਿਰਪਾ ਨਾਲ ਹੀ ਬੂਝਿਆ ਜਾ ਸਕਦਾ ਹੈ, ਇਹ ਉਹਦੀ ਕਿਰਪਾ ਤੋਂ ਬਿਨਾਂ ਨਹੀਂ ਬੂਝਿਆ ਜਾ ਸਕਦਾ। ਇੰਜ ਸਮਝ ਲਓ ਸਾਧ ਸੰਗਤ ਵੀ ਜਿਵੇਂ ਅਸੀਂ ਸਮਾਜ ਵਿੱਚ ਜੀਨੇ ਹਾਂ ਤੇ ਸਮਾਜ ਦੇ ਕੁਝ ਕਾਇਦੇ ਕਾਨੂੰਨ ਨੇ, ਕਾਨੂੰਨ ਬਣੇ ਹੋਏ ਨੇ, ਸੰਵਿਧਾਨ ਬਣਿਆ ਹੋਇਆ ਹੈ। ਉਹਨੂੰ ਜਿਹੜੇ ਕਾਨੂੰਨ ਸੰਵਿਧਾਨ ਬਣਿਆ ਉਹ ਲਿਖ ਦਿੱਤਾ ਗਿਆ। ਹੁਣ ਉਹ ਲਿਖ ਦਿੱਤਾ ਗਿਆ, ਕੋਈ ਬੰਦਾ ਮਾੜਾ ਕਰਮ ਕਰੇ, ਚੋਰੀ ਕਰੇ, ਚਕਾਰੀ ਕਰੇ, ਕੁਝ ਕਰੇ,
ਆਖੇ ਜੀ ਮੈਂ ਨਹੀਂ ਮੰਨਦਾ, ਤੇਰੇ ਮੰਨਣ ਨਾਲ ਕੁਝ ਨਹੀਂ ਹੋਣਾ, ਕਿਉਂਕਿ ਜੋ ਕੁਝ ਲਿਖ ਦਿੱਤਾ ਗਿਆ ਸੰਵਿਧਾਨ ਵਿੱਚ, ਜਿੱਦਣ ਤੂੰ ਫੜਿਆ ਜਾਏਗਾ, ਅਦਾਲਤ ਵਿੱਚ ਜਾਏਗਾ, ਉਹ ਪੜ੍ਹੇ ਹੋਏ ਹੀ ਤੇਰੇ ਸਾਹਮਣੇ ਬੋਲੇ ਜਾਣਗੇ ਅੱਖਰ, ਉਹਨਾਂ ਦੇ ਆਧਾਰ ਤੇ ਤੇਰੇ ਉੱਪਰ ਕਾਰਵਾਈ ਹੋਏਗੀ, ਤੈਨੂੰ ਸਜ਼ਾ ਦਿੱਤੀ ਜਾਏਗੀ। ਸਤਿਗੁਰ ਕਹਿੰਦੇ ਨੇ ਪ੍ਰਮਾਤਮਾ ਨੇ ਆਪਣਾ ਹੁਕਮ ਕੁਦਰਤ ਵਿੱਚ ਥਾਪਿਆ, ਬਣਾਇਆ, ਨਿਯਮਾਵਲੀ ਬਣਾਈਏ। ਜੇ ਤੂੰ ਨਹੀਂ ਮੰਨਦਾ, ਗੁਰੂ ਹੈ ਜਿਹੜਾ ਇਸ ਹੁਕਮ ਦੇ ਨਾਲ ਸਾਂਝ ਪਾਉਂਦਾ ਹੈ, ਜੇ ਤੇ ਗੁਰੂ ਨਾਲ ਜੁੜ ਗਿਆ ਫਿਰ ਉਹਦੀ ਕਿਰਪਾ ਸਦਕਾ ਸਮਝ ਲਏਗਾ। ਤੇ ਜਿੱਦਣ ਫਿਰ ਮਾੜੇ ਕਰਮ ਕਰਕੇ ਆਖੇ ਜੀ ਮੈਂ ਨਹੀਂ ਮੰਨਦਾ, ਸਭ ਕਹਿੰਦੇ ਨੇ ਉਦਣ ਫਿਰ ਲਿਖੇ ਹੋਏ ਅਨੁਸਾਰ ਹੀ ਤੈਨੂੰ ਸਜ਼ਾ ਮਿਲਣੀ ਹੈ। ਉਸ ਸਜ਼ਾ ਦਾ ਭਾਗੀਦਾਰ ਤੂੰ ਬਣਨਾ ਹੈ। ਇਹ ਤੇਰੀ ਆਪਣੀ ਫਿਤਰਤ ਹੈ, ਸੁਭਾਅ ਹੈ, ਤੇਰੀ ਆਪਣੀ ਮਰਜ਼ੀ ਹੈ, ਤੂੰ ਕਿਸ ਪਾਸੇ ਜਾਣਾ ਹੈ। ਤਾਂ ਹੀ ਪਾਤਸ਼ਾਹ ਜੀ ਕਹਿੰਦੇ ਨੇ ਮੇਰੇ ਮਨ ਤੂੰ ਸਤਿਗੁਰ ਦੇ ਉਪਦੇਸ਼ ਨੂੰ ਸਮਝ, ਨਿਸ ਦਿਨ ਮਾਇਆ ਕਾਰਨੇ ਪ੍ਰਾਨੀ ਡੋਲਤ ਨੀਤ, ਕੋਟਨ ਮੈਂ ਨਾਨਕ ਕੋ ਨਾਰਾਇਣ ਜਿਹੇ ਚੀਤ, ਕਰੋੜਾਂ ਵਿੱਚੋਂ ਕੋਈ ਇੱਕ ਹੈ ਜਿਹੜਾ ਗੁਰੂ ਦੀ ਕਿਰਪਾ ਨੂੰ ਸਮਝ ਕੇ ਮਾਲਕ ਨਾਲ ਆਪਣੀ ਸੁਰਤ ਜੋੜ ਲੇ। ਤਾਂ ਹੀ ਸਾਹਿਬ ਜੀ ਬਾਣੀ ਵਿੱਚ ਕਹਿੰਦੇ ਨੇ ਮੇਰੇ ਮਾਲਕ ਜੀ ਬੰਦੇ ਦਾ ਸੁਭਾਅ ਹੈ, ਜਲ ਮੈਂ ਮੀਨ ਮਾਇਆ ਕੇ ਬੇਦੇ, ਦੀਪਕ ਪਤੰਗ ਮਾਇਆ ਕੇ ਛੇਦੇ, ਕਾਮ ਮਾਇਆ ਕੁੰਚਰ ਕੋ ਵਿਆਪੈ, ਭੁਯੰਗਮ ਭ੍ਰਿੰਗ ਮਾਇਆ ਮੈਂ ਥਾਪੇ, ਮਾਇਆ ਐਸੀ ਮੋਹਨੀ ਪਾਈ ਜੇਤੇ ਜੀ, ਤੇ ਢਹਿਕਾਈ। ਨੇ ਸਭ ਨੂੰ ਆਪਣੇ ਵਸ ਵਿੱਚ ਕੀਤਾ ਹੈ। ਪਾਣੀ ਵਿੱਚ ਮਛਲੀ ਮਾਇਆ ਦੇ ਅਧੀਨ ਨੇ, ਪਾਣੀ ਤੋਂ ਬਾਹਰ ਨਹੀਂ ਨਿਕਲ ਸਕਦੀ। ਦੀਪਕ ਪਤੰਗੇ ਦੀ ਲੋਹ ਵਿੱਚ ਆਪਣੇ ਆਪ ਨੂੰ ਸਾੜ ਦਿੰਦਾ ਹੈ, ਉਹਦੇ ਲਈ ਉਹ ਮਾਇਆ ਹੈ। ਕਾਮ ਵਿੱਚ ਵਿਆਪਿਆ ਹੋਇਆ ਹਾਥੀ ਕਾਮ ਵਸ ਦੌੜਦਾ ਹੈ, ਪਰ ਸਾਰੀ ਜ਼ਿੰਦਗੀ ਮਹਾਵਤ ਦੇ ਅਧੀਨ ਰਹਿੰਦਾ ਹੈ। ਸਤਿਗੁਰ ਕਹਿੰਦੇ ਨੇ ਇਸੇ ਤਰ੍ਹਾਂ ਬੰਦਿਆ ਤੂੰ ਵੀ ਮਾਇਆ ਦੇ ਪ੍ਰਭਾਵ ਵਿੱਚ ਜੀ ਰਿਹਾ ਹੈ। ਉਹਨਾਂ ਜੀਵਾਂ ਨੂੰ ਤੇ ਸਮਝ ਨਹੀਂ, ਪਰ ਮਾਲਕ ਨੇ ਤੈਨੂੰ ਸਮਝ ਦਿੱਤੀ ਹੈ। ਇਹਨਾਂ ਬੰਧਨਾਂ ਨੂੰ ਗੁਰੂ ਦੀ ਕਿਰਪਾ ਨਾਲ ਤੋੜ ਦੇ, ਫਿਰ ਮੇਰੇ ਸਤਿਗੁਰ ਦੇ ਇਹਨਾਂ ਅੰਮ੍ਰਿਤ ਬਚਨਾਂ ਦੀ ਪ੍ਰਤੀਤ ਤੈਨੂੰ ਆ ਜਾਏਗੀ। ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਫਿਰ ਮੇਰੇ ਮਾਲਕ ਦੇ ਚਰਨਾਂ ਵਿੱਚ ਹੱਥ ਜੋੜ ਕੇ ਆਖੇਗਾ ਮੇਰੇ ਸਤਿਗੁਰੂ ਤੇਰੀ ਕਿਰਪਾ ਨਾਲ ਮੈਂ ਬਚ ਗਿਆ। ਅਰਦਾਸ ਕਰੀਏ ਇਹਦੇ ਪ੍ਰਭਾਵ ਤੋਂ ਬਚ ਕੇ ਆਪਣੇ ਅੰਦਰ ਦੀ ਉਸ ਜੋਤ ਨੂੰ ਪਰਮਾਤਮਾ ਅਕਾਲ ਪੁਰਖ ਦੇ ਚਰਨਾਂ ਨਾਲ ਜੋੜ ਸਕੀਏ। ਸਤਿਗੁਰ ਜੀ ਮਿਹਰਮਤ ਕਰਨ, ਬਖਸ਼ਿਸ਼ ਕਰਨ, ਹੋਈਆਂ ਗਲਤੀਆਂ ਬਖਸ਼ ਲੈਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ